श्री नानक पद पंकज बंदन पद पंकज बंदना सिमरो अंगद दोख निकंदना। अमरदास गुर हृदय त्यावो हृदय त्यावो। श्री गुरु रामदास गुण गावो। श्री अर्जन विघ्नन के नाशक विघ्नन के नाशक। हर गोबिंद शुभ समत प्रकाशक। श्री हर राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विसाला। तरों तरा पर पुन पुन सीसा जी पुन पुन सीसा। बंदो बार बार जगदीशा। जिसमें है अमृत ज्ञान है मानक भगत बैराग। श्री गुरु ग्रंथ साहिब उदद बंदो कर अनुराग। एक अंकारा सतगुरु ते प्रसाद सत होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। मन सुख कह ले मुझ नमा करहे अवाहन जे सुख धामा। जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਅਤ ਸਤਿਕਾਰਯੋਗ ਸਤਸੰਗੀ ਜਨੋ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਰੋਜ਼ਾਨਾ ਦੇ ਨੇਮ ਦੇ ਮੁਤਾਬਕ ਸਾਨੂੰ ਇਸ ਭਾਗ ਸਮਾਂ ਪ੍ਰਾਪਤ ਹੋਇਆ ਜਿੱਥੇ ਅਸੀਂ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਹਟੇ ਹਾਂ। ਉਸ ਦੇ ਨਾਲ ਨਾਲ ਚੱਲ ਰਹੀ ਲੜੀਵਾਰ ਕਥਾ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚੋਂ ਪੂਰਵ ਰਾਤ ਅਧਿਆਇ 27ਵੇਂ ਦਾ ਪ੍ਰਸੰਗ ਅਸੀਂ ਸਰਵਣ ਕਰਦੇ ਆ ਰਹੇ ਹਾਂ, ਜਿਸ ਦੇ ਵਿੱਚ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਇੱਥੋਂ ਤੱਕ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਭਾਈ ਭਗੀਰਥ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕਹਿਣ ਤੇ ਭਾਈ ਮਰਦਾਨਾ ਜੀ ਦੀ ਪੁੱਤਰੀ ਦੇ ਵਿਆਹ ਦੇ ਵਾਸਤੇ, ਧੀ ਦੇ ਵਿਆਹ ਦੇ ਵਾਸਤੇ ਜਿੰਨੀ ਵੀ ਸਮੱਗਰੀ ਦੀ ਲੋੜ ਸੀ ਉਹ ਸਾਰਾ ਸਮਾਨ, ਸਾਰੀ ਸਮੱਗਰੀ ਲੈਣ ਵਾਸਤੇ ਲਾਹੌਰ ਦੀ ਧਰਤੀ ਦੇ ਉੱਤੇ ਜਾਂਦੇ ਨੇ ਤੇ ਉੱਥੇ ਜਾ ਕੇ ਭਾਈ ਮਨਸੁਖ ਨਾਂ ਦੇ ਸ਼ਾਹ ਨੂੰ, ਭਾਈ ਮਨਸੁਖ ਨਾਂ ਦੇ ਵਪਾਰੀ ਨੂੰ ਜਾ ਕੇ ਮਿਲਦੇ ਨੇ। ਸਾਰਾ ਸਮਾਨ ਇਕੱਠਾ ਕੀਤਾ ਜਾਂਦਾ। ਇੱਕ ਰਾਤ ਲਾਹੌਰ ਦੀ ਧਰਤੀ ਰੁਕਣ ਦੇ ਉੱਤੇ ਤੇ ਬਾਅਦ ਦੇ ਵਿੱਚ ਲਾਹੌਰ ਦੀ ਧਰਤੀ ਦੇ ਉੱਤੋਂ ਜਦੋਂ ਵਾਪਸ ਸੁਲਤਾਨਪੁਰ ਦੀ ਧਰਤੀ ਨੂੰ ਆਉਂਦੇ ਨੇ ਤਾਂ ਭਾਈ ਭਗੀਰਥ ਜੀ ਦੀ ਸੰਗਤ ਕਰਕੇ ਭਾਈ ਮਨਸੁਖ ਜੀ ਦੇ ਮਨ ਦੇ ਵਿੱਚ ਇਹੋ ਜਿਹੀ ਆਸਾਂ ਪੈਦਾ ਹੁੰਦੀਆਂ ਨੇ, ਇਹੋ ਜਿਹੀ ਆਸ ਪੈਦਾ ਹੋਈ ਕਿ ਭਾਈ ਮਨਸੁਖ ਦਾ ਵੀ ਮਨ ਕਰਦਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਜਾਣ। ਤੇ ਇਸੇ ਪ੍ਰਥਾਏ ਇਸੇ ਕਾਰਨ ਕਰਕੇ ਹੁਣ ਭਾਈ ਮਨਸੁਖ ਜੀ ਜਦੋਂ ਦੇਖਦੇ ਨੇ ਕਿ ਭਾਈ ਭਗੀਰਥ ਜੀ ਸੁਲਤਾਨਪੁਰ ਦੀ ਧਰਤੀ ਨੂੰ ਜਾ ਰਹੇ ਨੇ ਤਾਂ ਭਾਈ ਮਨਸੁਖ ਵੀ ਨਾਲ ਜਾਣ ਲਈ ਤਿਆਰ ਹੋ ਗਏ ਨੇ। ਤੇ ਦੋਵੇਂ ਸ੍ਰੇਸ਼ਟ ਬੁੱਧੀ ਵਾਲੇ
ਤੇ ਇਸੇ ਤਰ੍ਹਾਂ ਵਪਾਰੀ ਰਲ ਮਿਲ ਕੇ ਦੋਨੋਂ ਭਾਈ ਭਗੀਰਥ ਜੀ ਤੇ ਭਾਈ ਮਨਸੁਖ ਜੀ ਰਲ ਮਿਲ ਕੇ ਹੁਣ ਲਾਹੌਰ ਦੀ ਧਰਤੀ ਤੋਂ ਸੁਲਤਾਨਪੁਰ ਦੀ ਧਰਤੀ ਦੇ ਰਸਤੇ ਦੇ ਵੱਲ ਨੂੰ ਚੱਲ ਪਏ ਨੇ। ਇੱਥੋਂ ਤੱਕ ਦੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਰਹਿੰਦੇ ਪ੍ਰਸੰਗ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਮਨ ਸੁਖ ਕਹੈ ਲੈ ਮੁਝ ਨਾਮਾ, ਕਰੇ ਅਵਾਹਣ ਜੇ ਸੁਖ ਧਾਮਾ। ਜਦੋਂ ਲਾਹੌਰ ਦੀ ਧਰਤੀ ਦੇ ਉੱਤੋਂ ਭਾਈ ਭਗੀਰਥ ਜੀ ਦੇ ਨਾਲ ਭਾਈ ਮਨਸੁਖ ਜੀ ਤੁਰੇ ਨੇ, ਰਸਤੇ ਵਿੱਚ ਆਉਂਦੇ ਭਾਈ ਮਨਸੁਖ ਜੀ ਭਾਈ ਭਗੀਰਥ ਜੀ ਦੇ ਨਾਲ ਬਚਨ ਕਰਦੇ ਨੇ ਤੇ ਆਖਦੇ ਨੇ ਵੀ ਜੇਕਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਾਂਦਿਆਂ ਹੀ ਮੈਨੂੰ ਨਾਂ ਲੈ ਕੇ, ਮੇਰਾ ਨਾਂ ਲੈ ਕੇ ਬੁਲਾ ਲੈਣ, ਤਾਂ ਫਿਰ ਆਖਦੇ ਨੇ ਕਰੇ ਆਵਾਹਣ ਜੇ ਸੁਖ ਧਾਮਾ, ਤੇ ਮੇਰਾ ਨਾਂ ਲੈ ਕੇ ਬੁਲਾ ਲੈਣ, ਕਹਿੰਦੇ ਮੇਰੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਫਿਰ ਵਿਸ਼ਵਾਸ ਪੈਦਾ ਹੋ ਜਾਵੇਗਾ। ਮੇਰੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਦ੍ਰਿੜ ਵਿਸ਼ਵਾਸ ਜਿਹੜਾ ਹੈ ਉਹ ਪੈਦਾ ਹੋ ਜਾਵੇਗਾ। ਦ੍ਰਿੜ ਪ੍ਰਤੀਤ ਤਬ ਉਰ ਮਹਿ ਜਾਗੈ, ਸਤ ਜਾਨੋ ਮੈਂ ਇਹ ਦੁੱਖ ਦਾਗੈ। ਤੇ ਕਹਿੰਦੇ ਜਦੋਂ ਹੀ ਉਹਨਾਂ ਨੇ ਮੇਰਾ ਨਾਂ ਲੈ ਕੇ ਬੁਲਾਇਆ, ਜਿੱਥੇ ਮੇਰੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਵਿਸ਼ਵਾਸ ਬਣ ਜਾਵੇਗਾ, ਤੇ ਨਾਲ ਹੀ ਨਾਲ ਆਖਦੇ ਨੇ ਵੀ ਮੈਨੂੰ ਇਹ ਵੀ ਪਤਾ ਲੱਗ ਜਾਵੇਗਾ, ਮੈਂ ਸੱਚ ਜਾਣ ਲਵਾਂਗਾ, ਮੈਂ ਇਸ ਗੱਲ ਦੇ ਉੱਤੇ ਵੀ ਵਿਸ਼ਵਾਸ ਬਣਾ ਲਵਾਂਗਾ ਕਿ ਇਹ ਸੱਚਮੁੱਚ ਹੀ ਦੁੱਖ ਦੂਰ ਕਰਨਗੇ। ਅਸਬਿਦ ਉਚਰਤ ਆਪਸ ਮਾਹੀ, ਤਜ ਮਾਰਗ ਪਹੁੰਚੇ ਪੁਰ ਪਾਹੀ। ਇਸੇ ਤਰ੍ਹਾਂ ਆਪਸ ਦੇ ਵਿੱਚ ਕਹਿੰਦੇ ਗੱਲਾਂ ਬਾਤਾਂ ਕਰਦੇ ਹੋਏ, ਵਿਚਾਰਾਂ ਕਰਦੇ ਹੋਏ ਭਾਈ ਭਗੀਰਥ ਜੀ ਤੇ ਭਾਈ ਮਨਸੁਖ ਜੀ ਇਸੇ ਤਰ੍ਹਾਂ ਕਹਿੰਦੇ ਰਾਹ ਦੇ ਵਿੱਚ ਚੱਲਦੇ ਚੱਲਦੇ, ਪੈਂਡਾ ਤੈਅ ਕਰਦੇ ਕਰਦੇ ਹੁਣ ਸੁਲਤਾਨਪੁਰ ਨਗਰ ਦੇ ਵਿੱਚ ਪਹੁੰਚ ਗਏ ਹਨ। ਜਹ ਆਪਨ ਪਰ ਦੀਨ ਦਿਆਲਾ, ਤਹ ਆਏ ਚੱਲ ਕਰ ਤਤਕਾਲਾ। ਜਿਸ ਦੁਕਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਰਾਜਮਾਨ ਨੇ, ਜਿਸ ਮੋਦੀ ਖਾਨੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੋਦੀ ਦੀ ਕਾਰ ਕਰਦੇ ਨੇ, ਤੇ ਇਸੇ ਤਰ੍ਹਾਂ ਦੋਵੇਂ ਜਣ ਰਲ ਕੇ ਛੇਤੀ ਤਰ੍ਹਾਂ ਉਸ ਅਸਥਾਨ ਦੇ ਉੱਤੇ ਪਹੁੰਚ ਜਾਂਦੇ ਹਨ। ਅਵਿਲੋਕਤ ਪੇ ਉਤਪਲ ਲੋਚਨ, ਬਚਨ ਉਚਾਰੇ ਪਰਮੇ ਵਿਬੋਚਨ। ਤੇ ਭਾਈ ਭਗੀਰਥ ਜੀ ਤੇ ਭਾਈ ਮਨਸੁਖ ਨੂੰ ਦੇਖ ਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਕੁਝ ਬਚਨ ਉਚਾਰਨ ਕੀਤੇ ਨੇ, ਤਾਂ ਜੋ ਉਹਨਾਂ ਦੇ ਮਨ ਦੇ ਭਰਮ ਦੂਰ ਹੋ ਸਕਣ। ਆਓ ਭਗੀਰਥ ਪਰ ਉਪਕਾਰੀ, ਮਨ ਮਲਿਆਗਰ ਰੀਤ ਵਿਚਾਰੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਭਾਈ ਭਗੀਰਥ ਜੀ ਤੁਸੀਂ ਬਹੁਤ ਹੀ ਪਰ ਉਪਕਾਰੀ ਹੋ, ਬਹੁਤ ਵੱਡਾ ਪਰ ਉਪਕਾਰ ਕੀਤਾ ਆਪ ਜੀਆਂ ਨੇ। ਕਹਿੰਦੇ ਤੁਹਾਡੀ ਰੀਤੀ ਨੂੰ ਅਸੀਂ ਚੰਦਨ ਦੇ ਵਾਂਗ ਸਮਝਿਆ। ਭਾਵ ਕਿ ਜਿਵੇਂ ਚੰਦਨ ਦੇ ਰੁੱਖ ਦੇ ਨੇੜੇ ਕੋਈ ਵੀ ਰੁੱਖ ਲੱਗਾ ਹੋਵੇ ਨਾ, ਉਸ ਰੁੱਖ ਦੇ ਵਿੱਚੋਂ ਵੀ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ, ਚੰਦਨ ਦੀ ਖੁਸ਼ਬੂ ਉਸ ਰੁੱਖ ਦੇ ਵਿੱਚੋਂ ਆਉਣ ਲੱਗ ਜਾਂਦੀ। ਇਸੇ ਤਰ੍ਹਾਂ ਤੁਸੀਂ ਚੰਦਨ ਦੀ ਰੀਤੀ ਨੂੰ ਜਿਹੜਾ ਹੈ ਨਿਭਾਇਆ ਹੈ। ਤੁਹਾਡਾ ਸੰਗ ਕਰਕੇ, ਤੁਹਾਡੀ ਸੰਗਤ ਕਰਕੇ ਭਾਈ ਮਨਸੁਖ ਜੀ ਦੇ ਮਨ ਦੇ ਵਿੱਚ ਵੀ ਸੰਗਤ ਕਰਨ ਦਾ ਚਾਅ ਪੈਦਾ ਹੋ ਗਿਆ। ਇਸ ਕਰਕੇ ਅਸੀਂ ਤੁਹਾਡੀ ਰੀਤੀ ਨੂੰ ਚੰਦਨ ਦੇ ਵਾਂਗ ਸਮਝਿਆ ਹੈ। ਤੁਸੀਂ ਬਹੁਤ ਹੀ ਵੱਡਾ ਪਰ ਉਪਕਾਰ ਕੀਤਾ ਹੈ। ਪੂਰਬ ਥੋ ਮਨ ਸੁਖ ਇਹ ਕਾਚਾ, ਕਿਉ ਨਾਮ ਚਾਹਤ ਅਬ ਸਾਚਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਇਹਨਾਂ ਦਾ ਨਾਮ ਜਿਹੜਾ ਮਨ ਸੁਖ ਰੱਖਿਆ ਹੋਇਆ ਨਾ, ਪਹਿਲਾਂ ਇਹ ਨਾਮ ਕੱਚਾ ਸੀ ਤੇ ਹੁਣ ਇਹਨਾਂ ਨੇ ਆਪਣੇ ਨਾਂ ਨੂੰ ਸੱਚਾ ਕਰਕੇ ਦਿਖਾਇਆ। ਭਾਵ ਨਾਮ ਤਾਂ ਰੱਖਿਆ ਸੀ ਮਨ ਸੁਖ, ਪਰ ਕਦੇ ਤੱਕ ਅੱਜ ਤੱਕ ਇਹਨਾਂ ਨੂੰ ਮਨ ਦਾ ਸੁਖ ਪ੍ਰਾਪਤ ਨਹੀਂ ਹੋਇਆ। ਤੇ ਹੁਣ ਇਹਨਾਂ ਨੇ ਕਹਿੰਦੇ ਮਨ ਦਾ ਸੁਖ ਪ੍ਰਾਪਤ ਕਰ ਲਿਆ ਹੈ, ਸੰਗਤ ਦੇ ਵਿੱਚ ਚੱਲ ਕੇ ਆ ਗਏ ਨੇ, ਤੇ ਇਸ ਕਰਕੇ ਇਹਨਾਂ ਦਾ ਨਾਮ ਜਿਹੜਾ ਹੈ ਉਹ ਸੱਚਾ ਹੋ ਗਿਆ। ਜਿਹੋ ਜਿਹਾ ਨਾਮ ਰੱਖਿਆ ਸੀ ਉਸ ਦੇ ਮੁਤਾਬਕ ਹੁਣ ਇਹਨਾਂ ਨੂੰ ਮਨ ਦਾ ਸੁਖ ਵੀ ਪ੍ਰਾਪਤ ਹੋ ਗਿਆ ਹੈ। ਜਾਤੇ ਆਨਿਓ ਆਪਣੇ ਸੰਗਾ, ਧਨ ਸੰਤ ਮਤ ਕੀਟ ਪਰੰਗਾ। ਤੇ ਇਸੇ ਤਰ੍ਹਾਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬਚਨ ਕਰਦੇ ਨੇ,
ਤੇ ਆਖਦੇ ਨੇ ਕਹਿੰਦੇ ਤੁਹਾਡੀ ਮੱਤ ਜਿਹੜੀ ਹੈ ਸੰਤਾਂ ਵਾਲੀ ਹੈ, ਤੁਹਾਡਾ ਸੁਭਾਅ ਜਿਹੜਾ ਹੈ ਸਾਧੂਆਂ ਸੰਤਾਂ ਮਹਾਤਮਾ ਵਾਲਾ ਹੈ। ਤੇ ਕਹਿੰਦੇ ਜਿਵੇਂ ਇੱਕ ਭਰਿੰਗੀ ਹੈ ਨਾ, ਕੀੜਿਆਂ ਨੂੰ ਵੀ ਆਪਣੇ ਵਾਂਗ ਬਣਾ ਲੈਂਦੀ ਹੈ, ਤੇ ਇਸੇ ਤਰ੍ਹਾਂ ਤੁਸੀਂ ਵੀ ਸੰਤ ਅਵਸਥਾ ਵਾਲੇ ਹੋ। ਤੁਹਾਡੀ ਸੰਗਤ ਕੀਤਿਆਂ ਇਹਨਾਂ ਦਾ ਵੀ ਸੁਭਾਅ ਜਿਹੜਾ ਹੈ ਸੰਤਾਂ ਵਾਲਾ ਬਣ ਗਿਆ ਹੈ। ਚੋਪਈ ਸੁਣ ਬਚ ਧਾਏ ਚਰਨ ਲਪਟਾਏ, ਮਨੋਂ ਮਿਲਿਓ ਜਲ ਅਦਕ ਤਸਾਏ। ਤੇ ਜਦੋਂ ਭਾਈ ਮਨ ਸੁਖ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਦੇ ਵਿੱਚੋਂ ਆਪਣਾ ਨਾਮ ਸੁਣਨਾ ਕੀਤਾ ਨਾ, ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਸੀ ਵੀ ਆਓ ਮਨ ਸੁਖ ਜੀ, ਹੁਣ ਤੱਕ ਤੁਹਾਡਾ ਨਾਮ ਜਿਹੜਾ ਸੀ ਕੱਚਾ ਸੀ, ਤੁਸੀਂ ਸ਼ਰਨ ਦੇ ਵਿੱਚ ਆਏ ਹੋ, ਤੁਹਾਨੂੰ ਮਨ ਦਾ ਸੁਖ ਪ੍ਰਾਪਤ ਹੋ ਗਿਆ, ਇਸ ਕਰਕੇ ਇਹ ਤੁਹਾਡਾ ਨਾਮ ਹੁਣ ਸੱਚਾ ਹੋ ਗਿਆ। ਤੇ ਭਾਈ ਮਨ ਸੁਖ ਜੀ ਨੇ ਜਦੋਂ ਜਿਹੜੀ ਮਨ ਦੇ ਵਿੱਚ ਇੱਛਾ ਪੈਦਾ ਕੀਤੀ ਸੀ ਵੀ ਜੇਕਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੇਰਾ ਨਾਮ ਲੈ ਕੇ ਪੁਕਾਰਨ, ਮੈਨੂੰ ਬੁਲਾਉਣ, ਤਾਂ ਕਹਿੰਦੇ ਮੇਰੇ ਮਨ ਦੇ ਵਿੱਚ ਵਿਸ਼ਵਾਸ ਬਣ ਜਾਵੇਗਾ। ਜਦੋਂ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਆਪਣਾ ਨਾਮ ਸੁਣਨਾ ਕੀਤਾ ਹੈ ਨਾ, ਤਾਂ ਭਾਈ ਮਨ ਸੁਖ ਜੀ ਕਹਿੰਦੇ ਦੌੜ ਕੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲਿਪਟ ਗਏ ਨੇ। ਭੱਜ ਕੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ। ਕਹਿੰਦੇ ਮਨ ਜੋ ਇਨ ਪ੍ਰਤੀਤ ਹੋਇਆ ਵੀ ਬਹੁਤ ਚਿਰਾਂ ਦੇ ਪਿਆਸੇ ਨੂੰ ਕਿਤੇ ਜਲ ਮਿਲ ਗਿਆ ਹੋਵੇ, ਬਹੁਤ ਚਿਰ ਦੇ ਪਿਆਸੇ ਨੂੰ ਕਿਤੇ ਉਸ ਦੀ ਪਿਆਸ ਬੁਝਾਉਣ ਦੇ ਲਈ ਜਲ ਦੀ ਪ੍ਰਾਪਤੀ ਹੋ ਗਈ ਹੋਵੇ। ਵਿਆਹ ਸੋਜ ਤਰ ਦੀਨ ਅਗਾਰੀ, ਬਹੁਰ ਭਗੀਰਥ ਗਿਰਾ ਉਚਾਰੀ। ਤੇ ਨਾਲ ਹੀ ਨਾਲ ਵਿਆਹ ਦੀ ਜਿੰਨੀ ਵੀ ਸਾਰੀ ਸਮੱਗਰੀ ਭਾਈ ਭਗੀਰਥ ਜੀ ਲਾਹੌਰ ਦੀ ਧਰਤੀ ਦੇ ਉੱਤੇ ਲੈਣ ਵਾਸਤੇ ਗਏ ਸਨ, ਉਹ ਸਾਰੀ ਦੀ ਸਾਰੀ ਸਮੱਗਰੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਧਰ ਦਿੱਤੀ। ਤੇ ਫਿਰ ਭਾਈ ਭਗੀਰਥ ਜੀ ਨੇ ਬਚਨ ਉਚਾਰਨ ਕੀਤੇ ਹਨ, ਅਰਬ ਸਰਬ ਰਾਬਰ ਕੋ ਗਿਆਤਾ, ਕਹਿਨ ਬਨੈ ਨਹਿ ਮਮ ਸੁਖ ਦਾਤਾ। ਤੇ ਫਿਰ ਆਖਦੇ ਨੇ ਵੀ ਹੇ ਪਾਤਸ਼ਾਹ ਜੀ, ਤੁਸੀਂ ਸਾਰਾ ਕੁਝ ਜਾਣਨ ਵਾਲੇ ਹੋ, ਤੁਸੀਂ ਸਾਰਾ ਕੁਝ ਹੀ ਜਾਣਦੇ ਹੋ, ਤੁਹਾਨੂੰ ਸਭ ਕੁਝ ਦਾ ਗਿਆਨ ਹੈ। ਇਹ ਸੁੱਖਾਂ ਦੇ ਦਾਤੇ, ਸਾਡੇ ਕੋਲੋਂ ਹੋਰ ਕੁਝ ਵੀ ਆਖਿਆ ਨਹੀਂ ਜਾ ਸਕਦਾ, ਅਸੀਂ ਹੋਰ ਕੁਝ ਵੀ ਬਿਆਨ ਕਰਕੇ ਨਹੀਂ ਦੱਸ ਸਕਦੇ। ਇਹ ਭਾਈ ਭਗੀਰਥ ਜੀ ਤੇ ਭਾਈ ਮਨ ਸੁਖ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਬਚਨ ਕਰਦੇ ਹਨ। ਨਾਮ ਪਤਿਤ ਪਾਵਨ ਸੁਨ ਸ੍ਰੋਨੇ, ਯਹ ਆਵਾ ਤੁਮਾਰੋ ਸਿੱਖ ਹੋਨੇ। ਤੇ ਭਾਈ ਮਨ ਸੁਖ ਜੀ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕਰਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਬਚਨ ਵਿਲਾਸ ਕਰਦੇ ਹੋਏ ਬਚਨ ਕਰਦੇ ਨੇ ਕਿ ਹੇ ਪਾਤਸ਼ਾਹ ਜੀ, ਮੈਂ ਆਪਣੇ ਇਸ ਪਤਿਤ ਨਾਂ ਨੂੰ ਤੁਹਾਡੇ ਰਸਨਾ ਤੋਂ ਜਦੋਂ ਉਚਾਰਨ ਕੀਤੇ ਹੋਏ ਆਪਣੇ ਕੰਨਾਂ ਦੇ ਨਾਲ ਸੁਣਿਆ, ਤੁਹਾਡੇ ਰਸਨਾ ਤੋਂ ਉਚਾਰਨ ਕਰਨ ਦੇ ਨਾਲ ਜਿੱਥੇ ਮੇਰਾ ਨਾਮ ਪਵਿੱਤਰ ਹੋ ਗਿਆ, ਜਿੱਥੇ ਮੇਰਾ ਇਹ ਨਾਮ ਪਾਵਨ ਹੋ ਗਿਆ, ਤੇ ਇਸੇ ਕਰਕੇ ਹੁਣ ਮੈਂ ਇਹ ਬਚਨ ਸੁਣ ਕੇ ਮੈਂ ਤੁਹਾਡਾ ਸਿੱਖ ਬਣਨ ਦੇ ਵਾਸਤੇ ਲਾਹੌਰ ਦੀ ਧਰਤੀ ਦੇ ਉੱਤੇ ਚੱਲ ਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਸ੍ਰੀ ਗੁਰੂ ਕਰ ਤਿਨ ਕੋ ਸਨਮਾਨਾ, ਬਹੁਰ ਹਕਾਰ ਲਿਓ ਮਰਦਾਨਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਨ ਸੁਖ ਤੇ ਭਾਈ ਭਗੀਰਥ ਜੀ ਦਾ ਬੜਾ ਹੀ ਸਨਮਾਨ ਕੀਤਾ ਹੈ। ਚੱਲ ਕੇ ਲਾਹੌਰ ਦੀ ਧਰਤੀ ਦੇ ਉੱਤੋਂ ਆਏ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਹੀ ਅਦਬ ਸਤਿਕਾਰ ਕੀਤਾ। ਤੇ ਫਿਰ ਬਹੁਰ ਹਕਾਰ ਲਿਓ ਮਰਦਾਨਾ, ਤੇ ਬਾਅਦ ਦੇ ਵਿੱਚ ਭਾਈ ਮਰਦਾਨਾ ਜੀ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਾਸ ਬੁਲਾ ਲਿਆ ਹੈ। ਵਿਆਹ ਸੋਜ ਦੀਨੀ ਕਰ ਪੂਰੀ, ਹਰਖਤ ਭਿਓ ਬਿਲੋਕਤ ਰੂਰੀ। ਤੇ ਭਾਈ ਮਰਦਾਨਾ ਜੀ ਨੂੰ ਆਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਤੁਸੀਂ ਜਿਸ ਕਾਰਜ ਦੇ ਵਾਸਤੇ ਤਲਵੰਡੀ ਤੋਂ ਚੱਲ ਕੇ ਸਾਡੀ ਸ਼ਰਨ ਦੇ ਵਿੱਚ ਆਏ ਸੀ, ਤੁਸੀਂ ਬਚਨ ਕੀਤੇ ਸਨ ਵੀ ਅਸੀਂ ਆਪਣੀ ਧੀ ਦਾ ਵਿਆਹ ਕਰਨਾ, ਤੇ ਉਸ ਵਿਆਹ ਦੇ ਵਾਸਤੇ ਸਾਨੂੰ ਸਾਰੀ ਸਮੱਗਰੀ ਦੀ ਲੋੜ ਹੈ। ਤੇ ਇਸੇ ਕਰਕੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਬੁਲਾਉਣਾ ਕੀਤਾ ਵੀ ਭਾਈ ਜਿਹੜਾ ਸਮਾਨ ਤੁਹਾਨੂੰ ਜ਼ਰੂਰੀ ਚਾਹੀਦਾ ਸੀ ਨਾ, ਉਹ ਸਾਰਾ ਸਮਾਨ ਭਾਈ ਭਗੀਰਥ ਜੀ ਤੇ ਭਾਈ ਮਨ ਸੁਖ ਜੀ ਲੈ ਕੇ ਪਹੁੰਚ ਗਏ ਨੇ। ਤੇ ਭਾਈ ਮਰਦਾਨਾ ਜੀ ਨੇ ਜਦੋਂ ਸਾਰਾ ਸਮਾਨ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਨਾ, ਬੜੇ ਹੀ ਪ੍ਰਸੰਨ ਹੁੰਦੇ ਨੇ, ਮਨ ਦੇ ਵਿੱਚ ਬੜਾ ਹੀ ਚਾਅ ਪੈਦਾ ਹੁੰਦਾ, ਬੜੇ ਹੀ ਭਾਈ ਮਰਦਾਨਾ ਜੀ ਖੁਸ਼ ਹੁੰਦੇ ਹਨ। ਦਰਬ ਸੰਗ ਪੁਣ ਦੀਨ ਮੁਕੰਦਾ, ਲੇ ਗਮਨ ਉਰ ਧਾਰ ਆਨੰਦਾ। ਤੇ ਇਸੇ ਤਰ੍ਹਾਂ ਹੁਣ ਮੁਕਤੀ ਦੇ ਦਾਤੇ
ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਭਾਈ ਮਰਦਾਨਾ ਜੀ ਨੂੰ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਜਿਹੜੇ ਸਮਾਨ ਦੀ ਲੋੜ ਸੀ ਉਹ ਸਾਰਾ ਸਮਾਨ ਭਾਈ ਮਰਦਾਨਾ ਜੀ ਨੂੰ ਸੌਂਪਿਆ ਹੈ, ਤੇ ਨਾਲ ਹੀ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਹੋਰ ਧਨ ਵੀ ਦਿੱਤਾ ਹੈ। ਤੇ ਇਸੇ ਤਰ੍ਹਾਂ ਲੇ ਗਮਨੇ ਉਰ ਧਾਰ ਆਨੰਦਾ, ਆਪਣੇ ਉਰ ਭਾਵ ਹਿਰਦੇ ਦੇ ਵਿੱਚ ਆਨੰਦ ਧਾਰਨ ਕਰਕੇ, ਹਿਰਦੇ ਦੇ ਵਿੱਚ ਖੁਸ਼ੀਆਂ ਧਾਰਨ ਕਰਕੇ ਭਾਈ ਮਰਦਾਨਾ ਜੀ ਹੁਣ ਸੁਲਤਾਨਪੁਰ ਦੀ ਧਰਤੀ ਤੋਂ ਚੱਲ ਪਏ ਹਨ। ਤਲਵੰਡੀ ਬਹੁ ਜਸ ਬਿਸਤਾਰਾ, ਕਹੇ ਨਾ ਤਿਨ ਸਮ ਅਪ ਉਦਾਰਾ। ਤੇ ਇਸੇ ਤਰ੍ਹਾਂ ਹੁਣ ਸੁਲਤਾਨਪੁਰ ਦੀ ਧਰਤੀ ਦੇ ਉੱਤੋਂ ਚੱਲ ਕੇ ਜਦੋਂ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਪਹੁੰਚਦੇ ਨੇ ਤੇ ਭਾਈ ਮਰਦਾਨਾ ਜੀ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਿਫਤ ਸਲਾਹ ਕਰਦੇ ਨੇ, ਪਾਤਸ਼ਾਹ ਜੀ ਦੀ ਵਡਿਆਈ ਕਰਦੇ ਨੇ, ਤੇ ਪੂਰੇ ਨਗਰ ਦੇ ਵਿੱਚ ਉੱਚੀ ਉੱਚੀ ਬੋਲ ਕੇ ਹੋਕਾ ਦੇ ਰਹੇ ਨੇ ਵੀ ਨਾਨਕ ਦੇ ਬਰਾਬਰ ਦਾ ਹੋਰ ਕੋਈ ਵੀ ਨਹੀਂ, ਤੇ ਉਹਨਾਂ ਦੇ ਬਰਾਬਰ ਦਾ ਇਸ ਦੁਨੀਆ ਦੇ ਉੱਤੇ ਕੋਈ ਵੀ ਨਹੀਂ। ਮੈਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਸੀ ਮੈਂ ਚੱਲ ਕੇ ਉਹਨਾਂ ਦੀ ਸ਼ਰਨ ਦੇ ਵਿੱਚ ਗਿਆ ਤੇ ਉਹਨਾਂ ਨੇ ਮੇਰੀਆਂ ਸਾਰੀਆਂ ਜ਼ਰੂਰਤਾਂ, ਸਾਰੀਆਂ ਲੋੜਾਂ ਜਿਹੜੀਆਂ ਨੇ ਉਹ ਪੂਰੀਆਂ ਕਰ ਦਿੱਤੀਆਂ। ਇਸੇ ਤਰ੍ਹਾਂ ਫਿਰ ਆਖਦੇ ਨੇ ਉਹਨਾਂ ਦੇ ਵਰਗਾ ਉਦਾਰ ਚਿੱਤ ਹੋਰ ਕੋਈ ਵੀ ਨਹੀਂ। ਜਿੱਥੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹਿ ਕੇ ਅਨੇਕਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ, ਤੇ ਇਸੇ ਤਰ੍ਹਾਂ ਮੈਂ ਜਦੋਂ ਉਹਨਾਂ ਦੀ ਸ਼ਰਨ ਦੇ ਵਿੱਚ ਚੱਲ ਕੇ ਗਿਆ, ਆਪਣੀਆਂ ਜ਼ਰੂਰਤਾਂ ਦੱਸੀਆਂ ਤੇ ਉਹਨਾਂ ਨੇ ਮੇਰੀਆਂ ਵੀ ਸਾਰੀਆਂ ਲੋੜਾਂ ਪੂਰੀਆਂ ਕਰ ਦਿੱਤੀਆਂ। ਬੜੇ ਹੀ ਉਦਾਰ ਚਿੱਤ ਨੇ, ਬੜੇ ਹੀ ਦਾਨੀ ਸੁਭਾਅ ਦੇ ਨੇ। ਉਹਨਾਂ ਦੇ ਬਰਾਬਰ ਦਾ ਦਾਨੀ ਇਸ ਜਗਤ ਦੇ ਵਿੱਚ ਅੱਜ ਤੱਕ ਮੈਂ ਕੋਈ ਨਹੀਂ ਦੇਖਿਆ। ਪੁਰ ਸੁਲਤਾਨੇ ਮਨ ਸੁਖ ਸੋ, ਸ਼ਰਦਾ ਬਦੀ ਬਿਤੇ ਦਿਨ ਦੋ। ਹੁਣ ਦੂਸਰੇ ਪਾਸੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਜਿਹੜੇ ਭਾਈ ਮਨਸੁਖ ਜੀ, ਭਾਈ ਭਗੀਰਥ ਜੀ ਦੇ ਨਾਲ ਚੱਲ ਕੇ ਆਏ ਹੋਏ ਨੇ ਨਾ, ਤਾਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਭਾਈ ਮਨਸੁਖ ਜੀ ਕੁਝ ਦਿਨ ਹੁਣ ਠਹਿਰ ਗਏ ਨੇ। ਉਸੇ ਸਥਾਨ ਦੇ ਉੱਤੇ ਉਹਨਾਂ ਨੇ ਹੁਣ ਆਪਣੇ ਆਸਣ ਲਾਏ ਨੇ। ਸ਼ਰਧਾ ਬਦੀ ਬਿਤੇ ਦਿਨ ਦੋ। ਤੇ ਜਿਸ ਤਰ੍ਹਾਂ ਹੁਣ ਦਿਨ ਬਤੀਤ ਹੁੰਦੇ ਜਾਂਦੇ ਨੇ ਤੇ ਭਾਈ ਮਨਸੁਖ ਜੀ ਦੇ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਜਿਹੜੀ ਸ਼ਰਧਾ ਹੈ ਉਹ ਵੀ ਵੱਧਦੀ ਜਾ ਰਹੀ ਹੈ। ਸੰਗਤ ਕਰਨ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਪਿਆਰ ਪੈਦਾ ਹੁੰਦਾ ਹੈ। ਏਕ ਸਮੈ ਬੈਸੇ ਅਗ ਕੰਦਨ, ਬੋਲਿਓ ਬਚ ਕਰਕੇ ਪਦ ਬੰਦਨ। ਇਸੇ ਤਰ੍ਹਾਂ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਰਹਿੰਦਿਆਂ ਭਾਈ ਮਨਸੁਖ ਜੀ ਨੂੰ ਹੁਣ 2 ਦਿਨ ਦਾ ਸਮਾਂ ਬਤੀਤ ਹੋ ਗਿਆ। ਤੇ ਫਿਰ ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਸਮੁੱਚੀ ਕਾਇਨਾਤ ਦੇ ਪਾਪਾਂ ਦਾ ਨਾਸ਼ ਕਰਨ ਵਾਲੇ ਨੇ, ਜਦੋਂ ਆਪਣੇ ਆਸਣ ਦੇ ਉੱਤੇ ਬੈਠੇ ਨੇ ਤੇ ਦੋਵੇਂ ਹੱਥ ਜੋੜ ਕੇ ਭਾਈ ਮਨਸੁਖ ਜੀ ਨਮਸਕਾਰ ਕਰਦੇ ਨੇ, ਤੇ ਨਮਸਕਾਰ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬਚਨ ਕਰਦੇ ਹਨ। ਜਗ ਬੰਧਨ ਇਹ ਕਰਤੇ ਗੁਬਾਰਾ, ਮੁਝ ਬੂਡਣ ਤੇ ਕਰੋ ਉਧਾਰਾ। ਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਕਹਿੰਦੇ ਇਹ ਜਿਹੜਾ ਜਗਤ ਹੈ ਨਾ, ਇੱਕ ਬੰਧਨ ਦਾ ਕਹਿੰਦੇ ਅੰਨਾ ਖਾਤਾ ਹੈ। ਇਹ ਜਗਤ ਨੇ ਸਮੁੱਚੇ ਲੋਕਾਂ ਨੂੰ, ਸਮੁੱਚੇ ਜੀਵਾਂ ਨੂੰ ਆਪਣੀ ਡੋਰੀ ਦੇ ਵਿੱਚ, ਆਪਣੇ ਬੰਧਨਾਂ ਦੇ ਵਿੱਚ, ਆਪਣੇ ਜਾਲ ਦੇ ਵਿੱਚ ਫਸਾਇਆ ਹੋਇਆ ਹੈ। ਇਸ ਜਾਲ ਦੇ ਵਿੱਚ ਸਮੁੱਚੇ ਜੀਵਾਂ ਨੂੰ ਬੰਧਨਾ ਕੀਤਾ ਹੈ। ਤੇ ਫਿਰ ਬੇਨਤੀ ਕਰਦੇ ਨੇ, ਮੁਝ ਬੂਡਣ ਤੇ ਕਰੋ ਉਧਾਰਾ। ਕਹਿੰਦੇ ਮੈਂ ਗਰੀਬ ਤੁਹਾਡੀ ਸ਼ਰਨ ਦੇ ਵਿੱਚ ਚੱਲ ਕੇ ਆਇਆ ਹਾਂ, ਮੈਂ ਨਿਮਾਣਾ ਬਣ ਕੇ ਤੁਹਾਡੀ ਚਰਨਾਂ ਦੇ ਵਿੱਚ ਆਇਆ ਹਾਂ, ਮੇਰਾ ਉਧਾਰ ਕਰੋ। ਇੱਕ ਗੱਲ ਆਪ ਜੀਆਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ, ਜਦੋਂ ਵੀ ਗੁਰੂ ਦੇ ਦਰ ਦੇ ਉੱਤੇ ਆਈਏ ਨਾ, ਨਿਮਾਣੇ ਬਣ ਕੇ ਆਈਏ। ਆਪਣੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹੰਕਾਰ ਲੈ ਕੇ ਨਾ ਆਈਏ ਵੀ ਭਾਈ ਮੇਰੇ ਵਰਗਾ ਇਸ ਦੁਨੀਆ ਦੇ ਉੱਤੇ ਕੋਈ ਨਹੀਂ। ਜਦੋਂ ਇਸ ਤਰ੍ਹਾਂ ਅਸੀਂ ਹੰਕਾਰ ਲੈ ਕੇ ਆਵੇਂਗੇ ਨਾ, ਤਾਂ ਗੁਰੂ ਫਿਰ ਉਹ ਪਾਸਾ ਪਲਟਣ ਲੱਗਾ ਦੇਰ ਨਹੀਂ ਲਾਉਂਦਾ। ਜਦੋਂ ਮਨ ਦੇ ਵਿੱਚ ਨਿਮਾਣੇ ਬਣ ਕੇ ਆਵਾਂਗੇ, ਨਿਮਰਤਾ ਵਾਲਾ ਸੁਭਾਅ ਲੈ ਕੇ ਆਵਾਂਗੇ, ਤਾਂ ਪਾਤਸ਼ਾਹ ਜੀ ਆਖਦੇ ਨੇ ਕਿ ਇਸ ਵਰਗੀ ਮਨੁੱਖ ਦੇ ਜੀਵਨ ਦੇ ਵਿੱਚ ਹੋਰ ਕੋਈ ਵੀ ਰੀਸ ਨਹੀਂ। ਇਹੀ ਸਭ ਤੋਂ ਵੱਡਾ ਕਾਰਜ ਹੈ। ਸਿੱਖੀ ਦੀ ਜਿਹੜੀ ਜੜ ਹੈ, ਸਿੱਖੀ ਦਾ ਜਿਹੜਾ ਮੁੱਢ ਹੈ, ਉਹ ਸਭ ਤੋਂ ਪਹਿਲਾਂ ਜਿਹੜਾ ਹੈ ਸਿੱਖ ਦੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਹੋਣੀ ਚਾਹੀਦੀ ਹੈ। ਤੇ ਇਸੇ ਤਰ੍ਹਾਂ ਹੁਣ ਭਾਈ ਮਨਸੁਖ ਜੀ ਆਖਦੇ ਨੇ ਕਿ ਮੈਂ ਗਰੀਬ ਬਣ ਕੇ, ਮਸਕੀਨ ਬਣ ਕੇ, ਮਨ ਦੇ ਵਿੱਚ ਨਿਮਰਤਾ ਧਾਰਨ ਕਰਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਮੈਨੂੰ ਇਹਨਾਂ ਜਗਤ ਤੇ ਬੰਧਨਾਂ ਦੇ ਕੋਲੋਂ ਮੈਨੂੰ ਮੁਕਤ ਕਰੋ। ਨਿਸਬਾਸੁਰ ਜਿਸ ਮੈਂ ਦੁਖ ਭਾਰੀ, ਅਤ ਤ੍ਰਿਸ਼ਨਾ ਨਹਿ ਸ਼ਾਂਤ ਨਿਹਾਰੀ। ਤੇ ਆਖਦੇ ਨੇ ਕਿ ਹੇ ਪਾਤਸ਼ਾਹ ਜੀ, ਮੈਂ ਦਿਨ ਰਾਤ ਬਹੁਤ ਦੁਖੀ ਰਹਿੰਦਾ। ਭਾਈ ਮਨਸੁਖ ਜੀ ਬਚਨ ਕਰਦੇ ਨੇ,
ਹਾਲਾਂਕਿ ਹਾਲਤ ਸਾਰਿਆਂ ਦੀ ਸਾਡੀ ਵੀ ਇਹੋ ਜਿਹੀ ਹੈ। ਤੇ ਆਖਦੇ ਨੇ ਕਿ ਮੈਂ ਦਿਨ ਰਾਤ ਬਹੁਤ ਦੁਖੀ ਰਹਿੰਦਾ ਆ, ਮੇਰੇ ਜੀਵਨ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਲਾਲਚ ਪੈਦਾ ਹੋਏ ਨੇ, ਤੇ ਕਹਿੰਦੇ ਮੈਂ ਦਿਨ ਰਾਤ ਤ੍ਰਿਸ਼ਨਾ ਦੇ ਵਿੱਚ ਡੁੱਬਦਾ ਰਹਿੰਦਾ ਹਾਂ, ਕਦੇ ਵੀ ਮਨ ਨੂੰ ਸ਼ਾਂਤੀ ਨਸੀਬ ਨਹੀਂ ਹੁੰਦੀ। ਮੇਰੇ ਤੇ ਕਿਰਪਾ ਕਰੋ, ਮੈਨੂੰ ਦੱਸਣਾ ਕਰੋ ਕਿ ਮਨ ਦੀ ਸ਼ਾਂਤੀ ਕਿਸ ਤਰ੍ਹਾਂ ਪ੍ਰਾਪਤ ਹੋਵੇਗੀ। ਸ਼ਰਨ ਸ਼ਰਨ ਮੈਂ ਸ਼ਰਨ ਤਿਹਾਰੀ, ਉਪਦੇਸ਼ੈ ਲਖ ਕਰ ਅਧਿਕਾਰੀ। ਤੇ ਭਾਈ ਮਨਸੁਖ ਜੀ ਆਖਦੇ ਨੇ ਕਿ ਹੇ ਬੇਆਸਰਿਆਂ ਦੇ ਆਸਰੇ, ਬੇਆਸਰਿਆਂ ਨੂੰ ਸ਼ਰਨ ਦੇਣ ਵਾਲੇ ਪਾਤਸ਼ਾਹ ਜੀਓ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਮੈਂ ਤੁਹਾਡੀ ਸ਼ਰਨ ਕਬੂਲ ਕੀਤੀ ਹੈ। ਮੈਨੂੰ ਦੱਸਣਾ ਕਰੋ ਕਿ ਮੇਰਾ ਮਨ ਕਿਸ ਤਰ੍ਹਾਂ ਸ਼ਾਂਤ ਹੋਵੇਗਾ, ਕਿਵੇਂ ਮੈਂ ਇਸ ਮਾਇਆ ਦੇ ਬੰਧਨਾਂ ਦੇ ਕੋਲੋਂ ਮੁਕਤ ਹੋਵਾਂਗਾ। ਸੁਣਤ ਕਿਰਪਾ ਨਿਤ ਬੋਲੇ ਬਾਣੀ, ਗਤ ਦੈਨੀ ਰਚਨਾ ਮਹਿਸਾਨੀ। ਕਹਿੰਦੇ ਮੇਰੀ ਤਰਸਯੋਗ ਹਾਲਤ ਦੇਖ ਕੇ ਹੁਣ ਮੈਨੂੰ ਉਪਦੇਸ਼ ਕਰੋ, ਮੇਰੇ ਨਾਲ ਬਚਨ ਕਰੋ, ਮੈਨੂੰ ਸਮਝਾਣਾ ਕਰੋ। ਤੇ ਫਿਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਹੜੇ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਨੇ, ਅੰਤਰਜਾਮੀ ਨੇ, ਜਦੋਂ ਭਾਈ ਮਨਸੁਖ ਜੀ ਦੇ ਇਹ ਹਾਲਤ ਦੇਖੀ ਨਾ, ਇਹ ਵਚਨ ਸੁਣੇ, ਤੇ ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਆਪਣੇ ਮੁਖਾਰ ਬਿੰਦ ਤੋਂ ਕੁਝ ਵਚਨ ਉਚਾਰਨ ਕੀਤੇ ਹਨ। ਜੇ ਸਥਾਨ ਹੋ ਮੈਂ ਮਨ ਧਾਰੀ, ਮਮ ਕਰ ਮਮ ਤਨ ਮਮ ਸੁਤ ਨਾਰੀ। ਤੇ ਕਹਿੰਦੇ ਤੁਸੀਂ ਆਪਣੇ ਹਿਰਦੇ ਦੇ ਵਿੱਚ ਹਉਮੈ ਧਾਰਨ ਕੀਤੀ ਹੋਈ ਹੈ, ਹੰਕਾਰ ਧਾਰਨ ਕੀਤਾ ਹੋਇਆ ਵੀ ਭਾਈ ਮੇਰਾ ਘਰ ਹੈ, ਮੇਰੀ ਧਨ ਦੌਲਤ ਹੈ, ਤੇ ਸਾਰਾ ਕੁਝ ਆਪਣੇ ਜੀਵਨ ਦੇ ਵਿੱਚ ਤੁਸੀਂ ਮੈਂ ਕਰਕੇ ਹੀ ਆਪਣੇ ਜੀਵਨ ਦੇ ਵਿੱਚ ਹਉਮੈ ਇਕੱਠੀ ਕੀਤੀ ਹੋਈ ਹੈ ਵੀ ਮੇਰੇ ਧੀਆਂ ਪੁੱਤਰ ਨੇ, ਮੇਰੇ ਧੀਆਂ ਪੁੱਤਰ ਵਰਗਾ ਇਸ ਸੰਸਾਰ ਦੇ ਵਿੱਚ ਕਿਸੇ ਦਾ ਵੀ ਪੁੱਤਰ ਨਹੀਂ, ਮੇਰੇ ਘਰ ਵਰਗਾ ਕਿਸੇ ਦੇ ਕੋਲ ਘਰ ਨਹੀਂ, ਜਿੰਨਾ ਮੇਰੇ ਕੋਲ ਧਨ ਦੌਲਤ ਹੈ ਕਿਸੇ ਕੋਲ ਧਨ ਦੌਲਤ ਹੀ ਨਹੀਂ। ਤੇ ਪਾਤਸ਼ਾਹ ਜੀ ਫਿਰ ਭਾਈ ਮਨਸੁਖ ਜੀ ਦੇ ਨਾਲ ਬਚਨ ਕਰਦੇ ਨੇ, ਕਹਿੰਦੇ ਤੁਸੀਂ ਆਪਣੇ ਜੀਵਨ ਦੇ ਵਿੱਚ ਇਹ ਹੰਕਾਰ ਇਕੱਠਾ ਕੀਤਾ ਹੋਇਆ ਹੈ। ਮਮ ਪਰਿਵਾਰ ਦੇਸ਼ ਅਸ ਹਾਥੀ, ਇਹ ਮਮ ਗ੍ਰਾਮ ਸ਼ੈਨ ਮਮ ਸਾਥੀ। ਤੇ ਨਾਲ ਹੀ ਨਾਲ ਕਹਿੰਦੇ ਤੁਹਾਨੂੰ ਇਸ ਗੱਲ ਦਾ ਵੀ ਹੰਕਾਰ ਹੈ ਵੀ ਮੇਰੇ ਪਰਿਵਾਰ ਵਰਗਾ ਹੋਰ ਕਿਸੇ ਦਾ ਪਰਿਵਾਰ ਹੀ ਨਹੀਂ, ਜਿੰਨੇ ਮੇਰੇ ਕੋਲ ਸਾਧਨ ਨੇ, ਮੇਰੇ ਕੋਲ ਹਾਥੀ ਹੈ, ਮੇਰੇ ਘੋੜੇ ਨੇ, ਮੇਰਾ ਦੇਸ਼ ਹੈ, ਇਹ ਕਿਸੇ ਕੋਲ ਵੀ ਨਹੀਂ। ਅੱਜ ਦੇ ਸਮੇਂ ਦੇ ਵਿੱਚ ਵੀ ਇਹੀ ਦੌੜ ਲੱਗੀ ਹੋਈ ਵੀ ਭਾਈ ਜਿੱਦਾਂ ਦੀ ਮੇਰੇ ਕੋਲ ਗੱਡੀ ਹੈ ਨਾ, ਇਦਾਂ ਦੀ ਗੱਡੀ ਨਾ ਕਿਸੇ ਕੋਲ ਹੋਵੇ, ਜਿਹੋ ਜਿਹਾ ਮੈਂ ਆਪਣਾ ਘਰ-ਬਾਰ ਬਣਾ ਲਵਾਂ, ਕਿਸੇ ਦਾ ਵੀ ਇਹੋ ਜਿਹਾ ਘਰ-ਬਾਰ ਨਾ ਹੋਵੇ। ਤੇ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਇਹ ਸਾਰਾ ਕੁਝ ਤੁਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਨਾਲ ਬੰਨਿਆ ਹੋਇਆ ਹੈ, ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਹੀ ਪਿਆਰ ਕਰਨ ਦੇ ਵਿੱਚ ਲੱਗੇ ਹੋਏ ਹੋ। ਤੇ ਅਸਲ ਦੇ ਵਿੱਚ ਤੁਹਾਨੂੰ ਇਸ ਗੱਲ ਦਾ ਇਲਮ ਨਹੀਂ, ਇਸ ਗੱਲ ਦਾ ਗਿਆਨ ਨਹੀਂ ਵੀ ਇਹ ਚੀਜ਼ਾਂ ਤੁਹਾਡੇ ਨਾਲ ਜਾਣ ਵਾਲੀਆਂ ਨਹੀਂ, ਇਹ ਚੀਜ਼ਾਂ ਨੂੰ ਤੁਸੀਂ ਕਹਿੰਦੇ ਵਿਅਰਥ ਹੀ ਆਪਣੇ ਨਾਲ ਬੰਨਿਆ ਹੋਇਆ ਹੈ। ਦੇਹ ਦਿਕ ਤੇ ਅਪਰ ਪਦਾਰਥ, ਜਹਾਂ ਜੀਵ ਮਮ ਧਰੀ ਅਕਾਰਥ। ਤੇ ਕਹਿੰਦੇ ਸਰੀਰ, ਦੇਹ ਧਰ ਭਾਵ ਸਰੀਰ ਅਤੇ ਹੋਰ ਜਿੰਨੇ ਵੀ ਕਹਿੰਦੇ ਪਦਾਰਥ ਨੇ, ਕਹਿੰਦੇ ਜਿਵੇਂ ਭਾਵ ਮਨ ਵਿੱਚ ਜੀਵ ਤੇ ਬਿਰਥਾ ਮਮਤਾ ਧਰੀ ਹੈ, ਭਾਵ ਇਹਨਾਂ ਚੀਜ਼ਾਂ ਦਾ ਲਾਲਚ ਹੀ ਤੁਸੀਂ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ, ਇਹਨਾਂ ਚੀਜ਼ਾਂ ਦੇ ਵਸ ਪੈ ਕੇ ਹੀ ਤੁਸੀਂ ਆਪਣਾ ਜੀਵਨ ਨਿਰਵਾਹ ਕਰਦੇ ਹੋ। ਮਾਫ ਕਰਨਾ, ਮਨੁੱਖ ਦੇ ਕੋਲ ਜੇਕਰ ਨਾ ਉਹਦੀ ਇੱਛਾ ਦੇ ਅਨੁਸਾਰ ਵਧੀਆ ਸਾਧਨ ਵੀ ਹੋ ਜਾਣ, ਵਧੀਆ ਘਰ-ਬਾਰ ਵੀ ਹੋ ਜਾਵੇ, ਜਿਹਦੇ ਮਨ ਦੇ ਵਿੱਚ ਲਾਲਚ ਹੈ ਨਾ, ਉਹ ਲਾਲਚ ਕਦੇ ਵੀ ਪੂਰਾ ਨਹੀਂ ਹੁੰਦਾ। ਉਹ ਚੀਜ਼ਾਂ ਪ੍ਰਾਪਤ ਵੀ ਹੋ ਜਾਣ ਤਾਂ ਮਨੁੱਖ ਦੀ ਹਰੇਕ ਥਾਂ ਦੇ ਉੱਤੇ ਇਹੀ ਅੱਖ ਰਹਿੰਦੀ ਵੀ ਭਾਈ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਮੈਂ ਖਰੀਦ ਲਵਾਂ, ਇਹ ਵੀ ਚੀਜ਼ ਮੇਰੀ ਹੋ ਜਾਵੇ, ਇੱਥੋਂ ਧਨ ਵੀ ਬਚ ਜਾਵੇ। ਇਹ ਸਾਰਾ ਕੁਝ ਮਨੁੱਖ ਦੇ ਮਨ ਦੇ ਵਿੱਚ ਚੱਲਦਾ ਹੀ ਰਹਿੰਦਾ ਦਿਨੋਂ ਦਿਨ। ਪਾਤਸ਼ਾਹ ਜੀ ਆਖਦੇ ਨੇ ਕਿ ਜਦੋਂ ਤੱਕ ਤੁਸੀਂ ਇਹ ਪਾਸਾ ਨਹੀਂ ਕਰ ਲੈਂਦੇ ਵੀ ਆਪਣੇ ਮਨ ਨੂੰ ਇਹਨਾਂ ਚੀਜ਼ਾਂ ਦੇ ਵੱਲੋਂ ਮਾਰ ਨਹੀਂ ਲੈਂਦੇ, ਆਪਣੇ ਮਨ ਦੇ ਵਿੱਚ ਲਾਲਚ ਦੀ ਥਾਂ ਸਬਰ ਸੰਤੋਖ ਨਹੀਂ ਧਾਰਨ ਕਰ ਲੈਂਦੇ, ਚੇਤੇ ਰੱਖਣਾ ਉਦੋਂ ਤੱਕ ਤੁਹਾਡੇ ਮਨ ਦੇ ਵਿੱਚ ਕਦੇ ਵੀ ਸ਼ਾਂਤੀ ਨਹੀਂ ਆ ਸਕਦੀ, ਤੁਹਾਡੇ ਮਨ ਦਾ ਕਦੇ ਵੀ ਟਿਕਾ ਨਹੀਂ ਆ ਸਕਦਾ। ਦਿਨ ਰਾਤ ਤੁਸੀਂ ਇਹਨਾਂ ਚੀਜ਼ਾਂ ਦੇ ਵਸ ਪੈ ਕੇ ਦਿਨ ਰਾਤ ਇਹੀ ਸੋਚਣ ਦੇ ਵਿੱਚ ਲੱਗੇ ਰਹੋਗੇ ਵੀ ਭਾਈ ਹੁਣ ਧਨ ਕਿੱਦਾਂ ਇਕੱਠਾ ਕੀਤਾ ਜਾਵੇ, ਕਿਵੇਂ ਘਰ-ਬਾਰ ਹੋਰ ਵਧੀਆ ਬਣਾਇਆ ਜਾਵੇ। ਸਬਰ ਸੰਤੋਖ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਪਾਤਸ਼ਾਹ ਜੀ ਆਖਦੇ ਨੇ ਕਿ ਇਸ ਦੇ ਨਾਲ ਤੁਹਾਡੇ ਮਨ ਦੇ ਵਿੱਚ ਸੁੱਖ ਆ ਜਾਵੇਗਾ। ਪਰ ਤੁਸੀਂ ਇਹਨਾਂ ਚੀਜ਼ਾਂ ਦੇ ਮੋਹ ਦੇ ਵਸ ਪੈ ਕੇ ਹੀ ਆਪਣਾ ਜੀਵਨ ਨਿਰਵਾਹ ਕਰਦੇ ਹੋ, ਜਿਸ ਕਰਕੇ ਤੁਹਾਡੇ ਮਨ ਦੇ ਵਿੱਚ ਟਿਕਾ ਨਹੀਂ ਆ ਰਿਹਾ, ਮਨ ਦੇ ਵਿੱਚ ਭਾਰੀ ਦੁੱਖ ਲੱਗੇ ਹੋਏ ਹਨ। ਤਾਹਾਂ ਹੋਤ ਨਿਤ ਦੁੱਖ ਕੋ ਸੰਗੀ,
ਵਹੇ ਵਾਸ਼ਨਾ ਅਦਿਕ ਅਭੰਗੀ। ਤੇ ਕਹਿੰਦੇ ਜਿਹੜੀ ਮਨ ਦੇ ਵਿੱਚ ਤੁਹਾਡੇ ਮਮਤਾ ਜਾਗੀ ਹੋਈ ਹੈ ਨਾ, ਜਿਹੜੀ ਤੁਹਾਡੇ ਮਨ ਦੇ ਵਿੱਚ ਮੋਹ ਪੈਦਾ ਹੋਇਆ, ਕਹਿੰਦੇ ਇਸ ਮੋਹ ਦੇ ਨਾਲ ਤੁਸੀਂ ਇਹਨਾਂ ਚੀਜ਼ਾਂ ਦੇ ਨਾਲ ਹੀ ਬੰਨੇ ਪਏ ਹੋ। ਇਹ ਤੁਹਾਡਾ ਮੋਹ ਜਦੋਂ ਤੱਕ ਟੁੱਟਦਾ ਨਹੀਂ, ਤੁਹਾਡੇ ਅੰਦਰ ਜਿਹੜੀਆਂ ਵਾਸ਼ਨਾਵਾਂ ਨੇ, ਜਿਹੜੇ ਵਿਸ਼ੇ ਵਿਕਾਰ ਨੇ, ਉਹ ਇਸੇ ਤਰ੍ਹਾਂ ਵਹਿੰਦੇ ਰਹਿਣਗੇ। ਇਸੇ ਤਰ੍ਹਾਂ ਤੁਹਾਡੀਆਂ ਇੱਛਾਵਾਂ, ਤੁਹਾਡੀਆਂ ਤ੍ਰਿਸ਼ਨਾਵਾਂ ਵੱਧਦੀਆਂ ਰਹਿਣਗੀਆਂ ਜਦੋਂ ਤੱਕ ਤੁਸੀਂ ਆਪਣੇ ਜੀਵਨ ਦੇ ਵਿੱਚ ਮੋਹ ਦਾ ਤਿਆਗ ਨਹੀਂ ਕਰ ਦਿੰਦੇ। ਇੱਥੋਂ ਤੱਕ ਦੀਆਂ ਵਿਚਾਰਾਂ ਅੱਜ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ ਕਿ ਕਿਵੇਂ ਭਾਈ ਮਨਸੁਖ ਜੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਚਨ ਵਿਲਾਸ ਕਰਦੇ ਨੇ, ਤੇ ਕਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਨਸੁਖ ਜੀ ਦਾ ਪਾਰ ਉਤਾਰਾ ਕਰਦੇ ਨੇ। ਇਹ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ਦਿਆਂ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।